ਤੇ ਰਹੀ ਗੱਲ ਇਹਨਾਂ ਧਾਰਾਵਾਂ ਦੀ ਜਾਂ ਜਿਹੜਾ ਮਸਲਾ ਚੱਲ ਰਿਹਾ ਹੈ ਤੇ ਹਜੇ ਲੱਭ ਕੁਝ ਨਹੀਂ ਰਿਹਾ ਹੈ। ਉਹ ਬੰਦਾ ਪ੍ਰਸ਼ਾਸਨ ਦੇ ਕੋਲ ਹੈ, ਸੀਆਈ ਸਟਾਫ ਉਹ ਤੇ ਪੂਰੀ ਵੈਰੀਫਿਕੇਸ਼ਨ ਕਰ ਰਿਹਾ ਹੈ, ਪਰ ਉਹਦੇ ਵਿੱਚ ਲੱਭ ਕੁਝ ਨਹੀਂ ਰਿਹਾ। ਜੋ ਅੰਦਰ ਦੇ ਹਾਲਾਤ ਨੇ ਲੱਗ ਵੀ ਇੰਝ ਰਿਹਾ ਹੈ ਕਿ ਆਪਾਂ ਨੂੰ ਮਿਲਣਾ ਵੀ ਕੁਝ ਨਹੀਂ ਹੈਗਾ। ਜਿਹੜੀ ਬੇਅਦਬੀ ਹਰ ਵਾਰ ਹੁੰਦੀ ਹੈ ਉਹਦਾ ਨਾਮ ਜੁੜਦਾ ਡੇਰੇ ਸਿਰਸੇ ਸਾਧ ਨਾਲ, ਤੇ ਉਹ ਸਾਧ ਨਾਲ ਨਾਮ ਜੁੜਦਾ ਨਾ ਤਾਂ ਉਹਨੂੰ ਕਿਸੇ ਵੀ ਤਰੀਕੇ ਨਾਲ ਪ੍ਰਸ਼ਾਸਨ ਇਸ ਗੱਲ ਤੇ ਐਗਰੀ ਹੁੰਦਾ ਹੈ। ਮੈਂ ਰਾਤ ਵੀ ਗੱਲ ਕੀਤੀ ਸੀ ਐਸਐਸਪੀ ਸਾਹਿਬ ਨਾਲ ਕਿ ਉਹਨੂੰ ਲਿਆ ਕੇ ਉਹਨੂੰ ਇੰਟੈਰੋਗੇਟ ਕੀਤਾ ਜਾਵੇ ਸਰਸੇ ਵਾਲੇ ਸਾਧ ਨੂੰ ਵੀ ਇਹ ਮੁੱਦਾ ਹੋ ਕਿਉਂ ਰਿਹਾ ਬਾਰ-ਬਾਰ, ਤੇ ਉਸ ਗੱਲ ਤੇ ਵੀ ਕੋਈ ਆ ਨਹੀਂ ਰਿਹਾ ਹੈ। ਫਿਰ ਉਹ ਜਿਹੜੀਆਂ ਬੀਬੀਆਂ 'ਚ ਆਇਆ ਉਹ ਬੰਦਿਆਂ 'ਚ ਨਹੀਂ ਆਇਆ। ਤਾਂ ਬੀਬੀ ਵੀ ਹੈਗੀ ਆ ਜਿਹੜੀ ਬੀਬੀ ਦੇ ਕੋਲ ਖੜ ਕੇ ਉਹਨੇ ਧੂੰਆਂ ਛੱਡਿਆ, ਉਹ ਬੀਬੀ ਨੂੰ ਉਸੇ ਮੌਕੇ ਨੂੰ ਫੜ ਲਿਆ। ਕਿ ਇਹ ਘਟਨਾਵਾਂ ਜਿਹੜੀਆਂ ਨਾ ਇਹਨਾਂ ਘਟਨਾਵਾਂ ਦਾ ਆਪਾਂ ਨੂੰ ਸਦੀਵੀ ਹੱਲ ਕਰਨਾ, ਅੱਗੇ ਤੋਂ ਘਟਨਾਵਾਂ ਨਾ ਘਟੇ। ਤੇ ਇੱਕ ਗੱਲ ਇਹ ਆ ਵੀ ਜੇ ਆਪਾਂ ਕਹਾਂਗੇ ਇਹਦੀ ਜ਼ਿੰਮੇਵਾਰੀ ਕਿਸੇ ਦੀ ਜ਼ਿੰਮੇਵਾਰੀ ਮੇਰੀ ਵੀ ਉਨੀ ਆ, ਤੁਹਾਡੀ ਵੀ ਉਨੀ। ਕੱਲ 10ਵੀਂ ਤਰੀਕ ਸੀ ਬਾਦਸ਼ਾਹ ਉੱਥੇ ਤਰੀਕ ਤੇ 5-4 ਰਹਿ ਗਏ। ਚਲੋ ਇਹ ਨਹੀਂ ਗਏ ਹੈਗੇ, ਆਪਾਂ ਸ਼੍ਰੋਮਣੀ ਕਮੇਟੀ ਕਿਤੇ ਛੋਟੀ ਹੈ ਬਾਬਾ ਜੀ, ਆਪਣਾ ਫਰਜ਼ ਵੀ ਬਣਦਾ। ਇਹ ਨਾ ਜਾਣ ਸਾਡਾ ਤਾਂ ਫਰਜ਼ ਬਣਦਾ, ਸਾਨੂੰ ਮੌਕੇ ਦਾ ਪ੍ਰਬੰਧ ਸਮਾਇਆ ਹੋਇਆ ਜੀ ਗੁਰਦੁਆਰਾ ਸਾਹਿਬਾਂ ਦਾ। ਕੋਈ ਹੋਰ ਆਵੇ ਨਾ ਆਵੇ ਸਾਡਾ ਫਰਜ਼ ਬਣਦਾ ਉੱਥੇ ਪਹੁੰਚਣ ਦਾ। ਤਾਂ ਕਲਗੀਧਰ ਪਾਤਸ਼ਾਹ ਜੀ ਨੂੰ ਸ਼ਸਤਰ ਮੱਥਾ ਟਿਕਾਉਣ ਵਾਸਤੇ ਨਹੀਂ ਰੱਖੇ ਹੈਗੇ, ਉਹਨਾਂ ਨੂੰ ਵਰਤਦੇ ਰਹੇ ਨੇ। ਉਹ ਘਸੇ ਹੋਏ ਸ਼ਸਤਰ ਨੇ, ਜੰਗਾਂ ਦੇ ਵਿੱਚ ਚੱਲਦੇ ਰਹੇ ਨੇ, ਇਸ ਕਰਕੇ ਉਹਨੂੰ ਉੱਥੇ ਹੀ ਝਟਕਾਉਣਾ ਚਾਹੀਦਾ ਸੀਗਾ। ਸਰਸੇ ਵਾਲਾ ਕਿੱਡੀ ਕੋਈ ਚੀਜ਼ ਆ, ਅਸੀਂ ਉਹਨੂੰ ਐਵੇਂ ਫੁਲਾਈ ਜਾਂਦੇ ਸਰਸੇ ਵਾਲਾ ਜੀ ਸਰਸੇ ਵਾਲਾ। ਤੁਹਾਡੇ ਸਿੱਖਾਂ ਤੋਂ ਜ਼ਿਆਦਾ ਹੋ ਗਿਆ। ਉਹ ਕੱਲ ਉੱਠ ਕੇ 5 ਸਾਲ ਨਹੀਂ ਹੋਏ ਉਹਨੂੰ ਉੱਠੇ ਨੂੰ। ਪੂਰਾ ਪਹਿਰਾ ਦਾ ਨਹੀਂ ਇਸ ਗੱਲ ਦੀ ਚਿੰਤਾ ਨਹੀਂ ਕਰਨੀ। ਇਹ ਹੁਣ ਦੇਖੋ ਇੱਥੇ ਇਹਦਾ ਟ੍ਰਾਇਲ ਆ ਸ਼ਾਹੀ। ਹਾਂਜੀ ਹਾਂਜੀ ਰੋਪੜ ਦੀ ਜ਼ਿੰਮੇਵਾਰੀ ਤੁਹਾਡੀ ਆ, ਉੱਥੇ ਕੋਈ ਵਕੀਲ ਨਹੀਂ ਖੜਨਾ। ਰੋਪੜ ਮੈਂ ਖੁਦ ਰੋਪੜ ਜਾਂਦੀ ਆ। ਅਸੀਂ ਰੋਪੜ ਚਾਹੀਦਾ ਜੀ, ਜਿਹੜੀ ਰੋਪੜ ਦੀ ਬਾਰ ਹੈ ਉਹ ਵੀ ਸਾਡੇ ਨਾਲ ਹੈ। ਰੋਪੜ ਦੀ ਸਾਰੇ ਵੀ ਪਤਾ ਪਾਇਆ ਸੀਗਾ। ਕੀ ਲੋੜ ਹੈ ਉੱਥੇ ਜਾਣ ਦੀ? ਨਹੀਂ ਅਸੀਂ ਵੀ ਬੇਨਤੀ ਕਰਾਂਗੇ ਬਾਬਾ ਜੀ, ਵਕੀਲ ਪਹਿਲੇ ਹੀ ਖੜੇ ਆ ਜੀ। ਜੇ ਹੋਇਆ ਨਾ ਉੱਥੇ ਕੋਈ ਬੰਦਾ ਬਾਹਰ ਵੀ ਜਾਣ ਦੀ ਕੋਸ਼ਿਸ਼ ਕਰੇ ਸਾਨੂੰ ਦੱਸੋ। ਤੇ ਅੱਜ ਇੱਕ ਮਿੰਟ ਸਾਡੀ ਕੋਟਾ ਵੀ ਧੰਨਵਾਦ ਬਾਬਾ ਜੀ ਬਹੁਤ। ਇਹਦੇ ਲਈ ਇਹ ਸਾਨੂੰ ਦੱਸ ਦਿਓ ਜੀ, ਵਿਚਾਰ ਜਿਹੜੀ ਕਰ ਸਕਦੇ ਹੋ ਨਾ, ਤੁਸੀਂ ਪੈਨਲ ਬਣਾ ਕੇ ਅਸੀਂ ਕਰਾਂਗੇ ਜੀ। ਅੱਜ ਜਿਹੜੀ ਕਾਰਵਾਈ ਹੋਈ ਆ ਉਹਨਾਂ ਨੂੰ ਪੇਸ਼ ਕਰਿਆ ਗਿਆ ਕਿ ਨਹੀਂ, ਉਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਹੋਵੇ। ਕਰਤਾ ਜੀ ਪੇਸ਼ ਉਹਨੂੰ ਘਰੇ ਲੈ ਕੇ ਸਮੇਂ ਤੋਂ ਪਹਿਲਾਂ ਹੀ ਪੇਸ਼ ਕਰ ਦਿੱਤਾ ਗਿਆ ਤੇ ਉਹਨੂੰ 21 ਤਰੀਕ ਉਹਦੇ ਤੇ ਲੱਗ ਗਈ ਹੈ। ਯਾਨੀ ਕਿ ਪੁਲਿਸ ਰਿਮਾਂਡ ਹੋ ਗਿਆ। ਵੱਧ ਗਿਆ ਪੁਲਿਸ ਰਿਮਾਂਡ। ਸ਼ੁਕਰੀਆ ਜੀ। ਮੈਂ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਸਾਡੇ ਵੱਲੋਂ ਇੱਕ ਮੰਗ ਰੱਖੀ ਗਈ ਸੀ ਕਿ ਜਿਹੜਾ ਦੋਸ਼ੀ ਹੈ, ਦੋਸ਼ੀ ਦੀ ਜਿਹੜੀ ਧਾਰਾ ਦਾ ਵਧਾਵਾ ਕੀਤਾ ਜਾਵੇ, ਜਿਹਦੇ ਵਿੱਚ 153 ਏ 436 511 ਤੇ ਜੋ ਆਪਾਂ 18 ਲੱਗੀ ਗਈ ਹੈ। ਜਿਹੜਾ ਪ੍ਰਸ਼ਾਸਨ ਵੱਲੋਂ ਵਿਸ਼ਵਾਸ ਤਾਂ ਦਵਾਇਆ ਜਾ ਰਿਹਾ ਹੈ ਕਿ ਜਿਹੜੀ ਧਾਰਾ ਵਾ ਇਹ ਟੁੱਟੂਗੀ ਨਹੀਂ, ਪਰ ਬਾਕੀ ਇਹ ਕੋਰਟ 'ਚ ਪਤਾ ਚੱਲੂਗਾ। ਤੇ ਰਹੀ ਗੱਲ ਇਹਨਾਂ ਧਾਰਾਵਾਂ ਦੀ ਜਾਂ ਜਿਹੜਾ ਮਸਲਾ ਚੱਲ ਰਿਹਾ ਹੈ ਤੇ ਹਜੇ ਲੱਭ ਕੁਝ ਨਹੀਂ ਰਿਹਾ ਹੈ। ਕਹਿਣ ਨੂੰ ਤਾਂ ਕਹੀ ਜਾਈਏ ਆਪਾਂ ਕਿ ਜਿਵੇਂ ਪਹਿਲਾਂ ਗੱਲ ਸੁਣਨੇ ਚਾਹ ਰਹੀ ਦੀ ਬੰਦਾ ਸਿੰਘਾਂ ਕੋਲ ਅਸੀਂ ਇਹ ਕਰ ਦਾਂਗੇ ਉਹ ਕਰ ਦਾਂਗੇ, ਇਹੋ ਜਿਹੀ ਕੋਈ ਗੱਲ ਨਹੀਂ। ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਜਾਂਦੇ ਵੀ ਹਾਂ ਤੇ ਬੰਦਾ ਪ੍ਰਸ਼ਾਸਨ ਦੇ ਕੋਲ ਹੈ, ਸੀਆਈ ਸਟਾਫ ਉਹ ਤੇ ਪੂਰੀ ਵੈਰੀਫਿਕੇਸ਼ਨ ਕਰ ਰਿਹਾ ਹੈ, ਪਰ ਉਹਦੇ ਵਿੱਚ ਲੱਭ ਕੁਝ ਨਹੀਂ ਰਿਹਾ। ਤੇ ਜੋ ਅੰਦਰ ਦੇ ਹਾਲਾਤ ਨੇ ਲੱਗ ਵੀ ਇੰਝ ਰਿਹਾ ਹੈ ਕਿ ਆਪਾਂ ਨੂੰ ਮਿਲਣਾ ਵੀ ਕੁਝ ਨਹੀਂ ਹੈਗਾ। ਇਹ ਸਿਰਫ ਇੱਕ ਝੂਠੀਆਂ ਤਸੱਲੀਆਂ ਦਿੱਤੀਆਂ ਜਾ ਰਹੀਆਂ ਪ੍ਰਸ਼ਾਸਨ ਵੱਲੋਂ ਕਿ ਆਪਾਂ ਤੁਹਾਨੂੰ 2 ਦਿਨ ਦੇ ਰਿਮਾਂਡ 'ਚ ਪਤਾ ਕਰਕੇ ਦੇਵਾਂਗੇ, 4 ਦਿਨ ਦੇ 'ਚ, 10 ਦਿਨ ਦੇ 'ਚ। ਪਰ ਜੋ ਹਾਲਾਤ ਨੇ, ਜੋ ਮੈਂ ਅੰਦਰ ਖੁਦ ਦੇਖ ਕੇ ਆਇਆ, ਉਹ ਇਹੋ ਜਿਹੀ ਕੋਈ ਗੱਲਬਾਤ ਨਹੀਂ ਹੈਗੀ। ਜਿਹੜੀ ਜਾਣਕਾਰੀ ਅੱਜ ਤੱਕ ਸਾਹਮਣੇ ਆਈ ਹੈ, ਉਹ ਸਾਹਮਣੇ ਆਈ ਹੈ ਉਹਦੇ ਪਰਿਵਾਰ ਬਾਰੇ, ਉਹਦੇ ਬੰਦੇ ਬਾਰੇ। ਉਹ ਤਾਂ ਕੋਈ ਬੰਦਾ ਜੇ ਮੰਨ ਲਓ ਮੇਰਾ ਕੋਈ ਗੁਆਂਢੀ ਹੋਵੇ, ਉਹ ਸਾਰਾ ਕੁਝ ਦੱਸ ਦੂਗਾ, ਇਹਦਾ ਕੌਣ, ਕਿੰਨੇ ਭੈਣ ਭਰਾ ਹੈ, ਕੀ ਕਰਦਾ ਕੀ ਨਹੀਂ ਕਰਦਾ। ਇਹ ਛੋਟੀਆਂ ਗੱਲਾਂ ਨੇ ਤੇ ਸੀਏ ਸਟਾਫ ਕੋਲ ਆਮ ਜਿਹੀਆਂ ਗੱਲਾਂ ਪਈਆਂ ਨੇ। ਜਿਹੜੀ ਮੇਨ ਮਕਸਦ ਹੈ, ਜੋ ਸਾਡੀ ਮੇਨ ਗੱਲ ਹੈ ਤੇ ਮੇਨ ਮੰਗ ਵੀ ਹੈ ਸਾਡੀ, ਕਿ ਜਿਹੜੀ ਬੇਅਦਬੀ ਹਰ ਵਾਰ ਹੁੰਦੀ ਹੈ ਉਹਦਾ ਨਾਮ ਜੁੜਦਾ ਡੇਰੇ ਸਿਰਸੇ ਸਾਧ ਨਾਲ, ਤੇ ਉਹ ਸਾਧ ਨਾਲ ਨਾਮ ਜੁੜਦਾ ਨਾ ਤਾਂ ਉਹਨੂੰ ਕਿਸੇ ਵੀ ਤਰੀਕੇ ਨਾਲ ਪ੍ਰਸ਼ਾਸਨ ਇਸ ਗੱਲ ਤੇ ਐਗਰੀ ਹੁੰਦਾ ਹੈ। ਮੈਂ ਰਾਤ ਵੀ ਗੱਲ ਕੀਤੀ ਸੀ ਐਸਐਸਪੀ ਸਾਹਿਬ ਨਾਲ ਕਿ ਉਹਨੂੰ ਲਿਆ ਕੇ ਉਹਨੂੰ ਇੰਟੈਰੋਗੇਟ ਕੀਤਾ ਜਾਵੇ ਸਰਸੇ ਵਾਲੇ ਸਾਧ ਨੂੰ ਵੀ ਇਹ ਮੁੱਦਾ ਹੋ ਕਿਉਂ ਰਿਹਾ ਬਾਰ-ਬਾਰ, ਤੇ ਉਸ ਗੱਲ ਤੇ ਵੀ ਕੋਈ ਆ ਨਹੀਂ ਰਿਹਾ ਹੈ। ਤੇ ਲੱਗਦਾ ਵੀ ਸਖਤੀ ਨਾਲ ਬਿਲਕੁਲ ਵੀ ਸਖਤੀ ਨਾਲ ਇਸ ਗੱਲ ਨੂੰ ਲਿਆ ਜਾਵੇ, ਪਰ ਉਹ ਉਲਟਾ ਪ੍ਰਸ਼ਾਸਨ ਸਾਨੂੰ ਹੀ ਦਬਾਉਣ ਦੀ ਕੋਸ਼ਿਸ਼ ਕਰ ਰਿਹਾ। ਲੱਗ ਇਹ ਰਿਹਾ ਹੈ ਕਿ ਆਪਾਂ ਨੂੰ ਜਿੱਦਾਂ ਪੁਰਾਣੀਆਂ ਬੇਅਦਬੀਆਂ 2015 ਤੋਂ ਚੱਲਦੀਆਂ ਆ ਰਹੀਆਂ, ਬੰਦਾ ਫੜਿਆ ਗਿਆ ਤੇ ਬਾਅਦ 'ਚ ਜਾਂ ਉਹਦਾ ਦਿਮਾਗੀ ਸੰਤੁਲਨ ਸਹੀ ਨਹੀਂ ਹੈ ਜਾਂ ਉਹ ਨਸ਼ੇੜੀ ਸੀਗਾ, ਉਹੋ ਹੀ ਗੱਲ ਨਿਕਲ ਕੇ ਸਾਡੇ ਸਾਹਮਣੇ ਆਣੀ ਆ। ਹੋਰ ਰਿਜ਼ਲਟ ਕੋਈ ਨਹੀਂ ਨਿਕਲਣਾ। ਚਾਹੇ ਤੁਹਾਨੂੰ ਅਸੀਂ 10 ਦਿਨ ਗੁੰਮਰਾਹ ਕਰੀ ਜਾਈਏ, ਚਾਹੇ ਤੁਹਾਨੂੰ ਪ੍ਰਸ਼ਾਸਨ 1 ਦਿਨ ਕਰੇ, ਚਾਹੇ ਸਾਰਾ ਸਾਲ ਕਰੀ ਜੇ, ਇਹ ਰਿਜ਼ਲਟ ਬਿਲਕੁਲ ਕਲੀਅਰ ਕੱਟ ਗੱਲ ਹੈ, ਇਹੋ ਮਿਲਣਾ ਆਪਾਂ ਨੂੰ, ਤੇ ਉਹ ਮਿਲ ਚੁੱਕਿਆ ਹੈ। ਤੇ ਜੇ ਪ੍ਰਸ਼ਾਸਨ ਅੱਗੇ ਅਗਲੀ ਕਾਰਵਾਈ ਨਹੀਂ ਕਰਦਾ, ਸਖਤ ਪਿੱਛੇ ਤੋਂ ਨਹੀਂ ਪਤਾ ਕਰਦਾ ਵੀ ਉਹਦਾ ਬੈਕਗਰਾਉਂਡ ਕੀ ਹੈ, ਕੌਣ ਪਿੱਛੋਂ ਕਰਾ ਰਿਹਾ, ਤੇ ਫਿਰ ਆਪਾਂ ਕੋਈ ਨਾ ਕੋਈ ਸਖਤ ਐਕਸ਼ਨ ਲਵਾਂਗੇ।
ਸੰਗਤ ਨੂੰ ਬਿਲਕੁਲ ਇੱਕ ਗੱਲ ਦੀ ਅਪੀਲ ਕਰ ਦੇਣੀ ਚਾਹੁੰਦੇ ਆ ਕਿ ਇਹ ਜਿਹੜਾ ਸੰਘਰਸ਼ ਚੱਲ ਰਿਹਾ ਸਾਡਾ, ਇਹ ਧਰਮ ਯੁੱਧ ਮੋਰਚਾ ਇੱਕ ਤਰ੍ਹਾਂ ਦਾ ਤੇ ਮੋਰਚਾ ਬਿਲਕੁਲ ਇੱਥੋਂ ਚੱਕਿਆ ਨਹੀਂ ਗਿਆ ਵੀ ਜੋ ਆਪਾਂ ਲੱਗ ਗਈ ਹੈ ਤੇ ਆਪਣਾ ਮਸਲਾ ਹੱਲ ਹੋ ਗਿਆ ਤੇ ਆਪਾਂ ਘਰੇ ਜਾ ਰਹੇ, ਬਿਲਕੁਲ ਨਹੀਂ। ਜਿੰਨਾ ਵੱਧ ਤੋਂ ਵੱਧ ਸੰਗਤ ਆ ਸਕਦੀ ਹੈ ਤਖਤ ਸਾਹਿਬ ਤੇ ਪਹੁੰਚੋ, ਤਾਂ ਜੋ ਇਹਦਾ ਪ੍ਰਭਾਵ ਹੈ ਜਿਹੜਾ ਹੋਰ ਪ੍ਰਸ਼ਾਸਨ ਦੇ ਪਾ ਸਕੀਏ ਤੇ ਸਾਡਾ ਕੋਈ ਹੱਲ ਨਿਕਲ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੰਦਾ ਸਾਰੀ ਸੰਗਤ ਜਦੋਂ ਮਹਾਰਾਜ ਕੋਲ ਸੱਚਖੰਡ ਕੋਲੇ ਆ ਗਈ, ਸਾਰਾ ਤਖਤ ਵਿਹਲਾ ਹੋ ਗਿਆ, ਉਹ ਪਿੱਛੇ ਜਾ ਕੇ ਪੀਲੀ ਪੀ ਕੇ ਉੱਥੋਂ ਧੂਆਂ ਮੂੰਹ 'ਚ ਭਰ ਕੇ ਆ ਕੇ ਉਹਨੇ ਕਰਤਾ। ਉੱਥੇ ਭਾਵੇਂ ਮੈਂ ਵੀ ਖੜਾ ਹੁੰਦਾ ਜਾਂ ਕੋਈ ਵੀ ਖੜਾ ਹੁੰਦਾ, ਕਿਸੇ ਨੂੰ ਕੀ ਪਤਾ ਸੀ ਕਿ ਬੰਦਾ ਕਿਵੇਂ ਆ ਗਿਆ। ਕੋਈ ਵੀ ਗੱਲ ਕਰਨ ਤੇ ਫਿਰ ਉਹ ਜਿਹੜੀਆਂ ਬੀਬੀਆਂ 'ਚ ਆਇਆ, ਉਹ ਬੰਦਿਆਂ 'ਚ ਨਹੀਂ ਆਇਆ। ਤੇ ਬੀਬੀ ਵੀ ਹੈਗੀ ਆ, ਜਿਹੜੀ ਬੀਬੀ ਦੇ ਉਹ ਕੋਲ ਖੜ ਕੇ ਉਹਨੇ ਧੂਆਂ ਛੱਡਿਆ, ਉਹ ਬੀਬੀ ਨੂੰ ਉਸੇ ਮੌਕੇ ਨੂੰ ਫੜ ਲਿਆ। ਇਸ ਕਰਕੇ ਇਹ ਘਟਨਾਵਾਂ ਜਿਹੜੀਆਂ ਨਾ, ਇਹਨਾਂ ਘਟਨਾਵਾਂ ਦਾ ਆਪਾਂ ਨੂੰ ਸਦੀਵੀ ਹੱਲ ਲੱਭਣਾ, ਅੱਗੇ ਤੋਂ ਇਹ ਘਟਨਾਵਾਂ ਨਾ ਘਟਣ। ਉਹਦੇ ਲਈ ਸਾਨੂੰ ਪੰਥ ਨੂੰ ਸਿਰ ਜੋੜ ਕੇ ਆਪਸ ਵਿੱਚ ਬੈਠ ਕੇ ਉਹਦੇ ਲਈ ਯਤਨਸ਼ੀਲ ਹੋਣ ਦੀ ਲੋੜ। ਤੇ ਇੱਕ ਗੱਲ ਇਹ ਆ ਵੀ ਜੇ ਆਪਾਂ ਕਹਾਂਗੇ ਇਹਦੀ ਜ਼ਿੰਮੇਵਾਰੀ ਕਿਸੇ ਦੀ ਜ਼ਿੰਮੇਵਾਰੀ ਮੇਰੀ ਵੀ ਓਨੀ ਆ, ਤੁਹਾਡੀ ਵੀ ਓਨੀ, ਸਿੰਘ ਸਾਹਿਬ ਦੀ ਵੀ ਓਨੀ ਆ, ਜਿਹੜਾ ਸਿਕਿਉਰਿਟੀ ਤੇ ਖੜਾ ਉਹਦੀ ਵੀ ਓਨੀ। ਕਿਉਂਕਿ ਮੇਰੇ ਨਾਲ ਇੱਕ ਬੰਦਾ ਜਾ ਰਿਹਾ ਹੈ ਸੰਗਤ ਰੂਪ 'ਚ, ਜੇ ਕੋਈ ਗਲਤੀ ਕਰਦਾ ਤਾਂ ਉਹਨੂੰ ਫੜਨ ਦੀ ਮੇਰੀ ਜ਼ਿੰਮੇਵਾਰੀ ਆ। ਆਪਾਂ ਕਹੀਏ ਵੀ ਉਹਨੇ ਕਿਉਂ ਨਹੀਂ ਫੜਿਆ, ਇਹਨੇ ਕਿਉਂ ਨਹੀਂ ਫੜਿਆ, ਕਿਉਂਕਿ ਮੈਂ ਵੀ ਗੁਰੂ ਦਾ ਸਿੱਖ ਹਾਂ। ਇਸ ਕਰਕੇ ਇਹਨਾਂ ਚੀਜ਼ਾਂ ਨੂੰ ਆਪਾਂ ਸਾਰਿਆਂ ਨੂੰ ਹੈਂਡਲ ਕਰਨ ਵਾਸਤੇ, ਇਹਨਾਂ ਸਾਰੀਆਂ ਚੀਜ਼ਾਂ ਨੂੰ ਸੋਚਣ ਵਾਸਤੇ ਆਪਾਂ ਸਾਰੇ ਜੋ ਕਿਸੇ ਕੋਲੇ ਸੁਝਾਅ ਹੋਣ, ਜੋ ਆਪਾਂ ਨੂੰ ਕਰ ਸਕਦੇ ਹਾਂ, ਆਪਾਂ ਉਹ ਕਮੇਟੀ ਬਣਾ ਲਓ ਜਾਂ ਜਿਸ ਤਰ੍ਹਾਂ ਵੀ ਹੋ ਸਕਦਾ ਉਹ ਆਪਾਂ ਸਾਰੇ ਕਰਾਂਗੇ। ਅਸੀਂ ਆਪਣੀ ਇੱਕ ਮੁਫਤ ਦਾ ਜਿਹੜਾ ਉਹ ਪ੍ਰਸਾਰ ਉਹਨਾਂ ਤੋਂ ਅਸੀਂ ਜਿਹੜਾ ਸਾਡਾ ਟਾਰਗੇਟ ਆ, ਉਹ ਬਗਰਾੜੀ ਤੋਂ ਲੈ ਕੇ ਹੁਣ ਤੱਕ 90% ਜਿਹੜਾ ਸਾਡਾ ਸਾਰੀਆਂ ਜਦਗੀ ਦਾ ਸੰਬੰਧ ਹੈ ਉਹ ਸਰਸੇ ਡੇਰੇ ਨਾਲ। ਤੇ ਉਹਨਾਂ ਨੂੰ ਅਸੀਂ ਕਿਵੇਂ ਉਹਨਾਂ ਨੂੰ ਨਜਿੱਠੀਏ, ਇਹ ਸਾਡੀ ਰਣਨੀਤੀ ਦਾ ਹਿੱਸਾ ਬਣਨਾ। ਤੇ ਉਹਦੇ ਲਈ ਜੋ ਸਿੰਘ ਦਾ ਕੋਈ ਪਿੰਡ 'ਚ ਬੈਠਾ ਹੈ, ਕੋਈ ਸ਼ਹਿਰ 'ਚ ਬੈਠਾ ਹੈ, ਜਿੱਥੇ ਵੀ ਕੋਈ ਬੈਠਾ, ਉਹ ਜਿੰਨਾ ਉਹਦਾ ਯੋਗਦਾਨ ਉਹ ਪਾਵੇ। ਜਿਹੜਾ ਕੋਈ ਵੱਡੇ ਥਾਂ 'ਤੇ ਬੈਠਾ ਉਹ ਵੱਡਾ ਯੋਗਦਾਨ ਪਾਵੇ, ਜਿਹੜਾ ਕੋਈ ਛੋਟੇ ਥਾਂ 'ਤੇ ਬੈਠਾ ਛੋਟਾ ਯੋਗਦਾਨ ਪਾਵੇ। ਸਾਗਰ ਬੂੰਦ ਮਿਲ ਕੇ ਸਾਗਰ ਬਣ ਜਾਂਦਾ। ਇੱਕ ਪੰਥ ਲਹਿਰ ਬਣਾਉਣ ਦੀ ਲੋੜ ਹੈ। ਅੱਜ ਜਿਹੜਾ ਸਮਾਂ ਹੈ ਉਹ ਜਿਹੜਾ 18ਵੀਂ ਸਦੀ ਦੇ ਸਿੱਖਾਂ ਦਾ ਇਤਿਹਾਸ ਸੀ, ਉਹ ਸਮਾਂ ਸਾਡਾ ਬਣ ਗਿਆ। ਉਹਦੇ ਲਈ ਸਿੰਘ ਸਾਹਿਬ ਨਾਲ ਅਸੀਂ ਅੰਦਰ ਬੈਠੇ ਸੀ, ਜਬਰਜੰਗ ਸਿੰਘ ਉਹਨੇ ਸਾਰੀਆਂ ਨੂੰ ਬੁਲਾਇਆ, ਉਹ ਸਾਰੇ ਤੁਹਾਨੂੰ ਸਾਰੇ ਸਿੰਘ ਸਾਹਿਬ ਨਾਲ ਦੇਣਗੇ। ਤੇ ਯਤਨ ਕੀਤਾ ਸੀ ਇਹ ਵੀ ਜਿਹੜਾ ਆਪਾਂ ਵੀ ਉਹ ਵੀ ਲਵਾਤਾ ਹੈ। ਹੋਰ ਵੀ ਅਸੀਂ ਕਈ ਧਾਰਾਵਾਂ ਉੱਤੇ ਐਡ ਕੀਤੀਆਂ, ਪਰ ਉਹਨਾਂ ਧਾਰਾਵਾਂ ਨਾਲੋਂ ਉਹਦਾ ਕੁਛ ਬਣ ਜੂਗਾ, ਇਹ ਕੁਛ ਦਾ ਹੱਲ ਕਿਉਂਕਿ ਉਹ ਸਰਕਾਰ ਜਿਹੜਾ ਸਾਡਾ ਕਾਨੂੰਨ ਆ ਜਾਂ ਸਰਕਾਰ ਦੀ ਜਿਹੜੀ ਉਹਨੂੰ ਸਰਪ੍ਰਸਤੀ ਹੈ, ਉਹਦੇ ਸਾਹਮਣੇ ਧਾਰਾਵਾਂ ਧਰੂਵਾਂ ਦਾ ਕੋਈ ਬਹੁਤਾ ਮਤਲਬ ਨਹੀਂ ਹੈ। ਇਸ ਕਰਕੇ ਸਾਨੂੰ ਅੱਗੇ ਤੋਂ ਇਹ ਘਟਨਾਵਾਂ ਨਾ ਕਰ। ਦੇਖੋ ਗੱਲ ਸੁਣੋ, ਭਾਵੇਂ ਕੋਈ ਕਿਤੇ ਬੈਠਾ, ਭਾਵੇਂ ਕੋਈ ਪਦਵੀ 'ਤੇ ਬੈਠਾ, ਭਾਵੇਂ ਕੋਈ ਆਮ ਸਿੱਖ ਹੈ, ਇਸ ਘਟਨਾ ਨਾਲ ਹਰ ਸਿੱਖ ਨੂੰ ਦਰਦ ਤੇ ਹਰ ਸਿੱਖ ਦਾ ਦਿਲ ਦੁੱਖ, ਤੇ ਅਸੀਂ ਉਸ ਦੁੱਖ ਨੂੰ ਇੱਕ ਲਹਿਰ ਬਣਾ ਲਈਏ ਤਾਂ ਸਾਡਾ ਇਹ ਦੁੱਖ ਸਫਲ ਹੈ। ਜੇ ਅਸੀਂ ਇੱਕ ਦੂਜੇ ਨੂੰ ਗਾਲਾਂ ਕੱਢ ਕਢਾ ਕੇ ਮੁੜ ਜਾਣਾ, ਜਕਾਰੇ ਲਾਉਣੇ ਆ, ਹਾਲਾਤ ਇਹ ਬਣੇ ਪਏ ਆ। ਕੱਲ੍ਹ ਮੋਗੇ ਜਿਹੜੇ ਮੱਲਕਿਆਂ ਦੀ ਕਾਂਡ ਹੋਇਆ, ਮੱਲਕੇ ਉਹਨਾਂ ਦੋਸ਼ੀਆਂ ਦੀ ਕੱਲ੍ਹ ਤਰੀਕ ਸੀ, ਤੇ ਉਹ ਜਿਹੜੇ ਸਰਸੇ ਵਾਲੇ ਉਹ 150 ਬੰਦਾ ਆਪਣੇ ਦੋਸ਼ੀਆਂ ਨੂੰ ਲੈ ਕੇ ਆਇਆ, ਤੇ ਸਾਡੇ ਸਿੱਖਾਂ ਵੱਲੋਂ ਸਿਰਫ 4 ਕੇ 5 ਬੰਦੇ ਸੀ। ਇਹ ਐਵੇਂ ਠੀਕ, ਅਸੀਂ ਭਾਵਨਾ ਚਾਹੇ ਜਕਾਰੇ ਵੀ ਮਾਰ ਦਿੰਦੇ ਹਾਂ, ਭਾਵਨਾ ਚਾਹੇ ਅਸੀਂ ਹੁਣ ਸਾਡੇ ਤੋਂ ਜੋ ਮਰਜ਼ੀ, ਪਰ ਅਸੀਂ ਇਹਨੂੰ ਲੰਮੀ ਲੜਾਈ ਲੜਨ ਦਾ ਜਿਹੜਾ ਉਹ ਮਾਈਂਡ ਜਾਂ ਉਹਦੀ ਜਿਹੜਾ ਤਰੀਕਾ ਜਾਂ ਉਸ ਲੰਮੀ ਲੜਾਈ ਲੜਨ ਦੇ ਲਈ ਅਸੀਂ ਤਿਆਰ ਨਹੀਂ ਹਜੇ। ਹੁਣ ਇਹ ਵੀ ਮੈਂ ਤੁਹਾਨੂੰ ਦੱਸਦਾ, ਇਸ ਬੰਦੇ 'ਤੇ ਤਰੀਕਾਂ ਪੈਣੀਆਂ। ਅੱਜ ਤੁਸੀਂ ਕੁਝ ਕਹੀ ਜਾਓ, ਜਦੋਂ ਇਹਨਾਂ ਤਰੀਕਾਂ 'ਤੇ ਆਉਣਾ, ਸਾਡੇ ਤੋਂ 4 ਬੰਦੇ ਨਹੀਂ ਉੱਥੇ ਜਾਇਆ ਕਰਨ ਤਰੀਕਾਂ 'ਤੇ। ਇਹਨੂੰ ਲੰਮੀ ਲੜਾਈ ਹਰ ਬੰਦਾ ਫਰਜ਼ ਸਮਝ ਕੇ ਲਵੇ, ਤਾਂ ਇਹਦਾ ਹੱਲ ਬਣੂ। ਤੇ ਜੇ ਤੁਸੀਂ ਉਹ ਜਿਵੇਂ ਮੀਂਹ ਪੈਂਦਾ, ਡੱਡੂ ਆਉਂਦੇ ਆ, ਉਹ ਵੀ ਮੁੱਕ ਜਾਂਦਾ, ਸਾਰੇ ਡੱਡੂ ਚਲੇ ਜਾਂਦੇ ਆ। ਜਦ ਹੋਈ ਅੱਜ ਸਾਰੇ ਆਏ ਆ, ਅੱਜ ਇੱਥੇ ਆ ਗਏ ਆ, ਕੱਲ੍ਹ ਨੂੰ ਇਹ ਅਸੀਂ ਚੁੱਪ ਕਰ ਜਾਣਾ, ਫਿਰ ਬੇਅਦਬੀ ਹੋਣੀ, ਅਸੀਂ ਉੱਥੇ ਜਾ ਕੇ ਪੈ ਜਾਣਾ। ਇਹ ਨਾ ਕਰੋ। ਇੱਕ ਬੇਅਦਬੀ ਨੂੰ ਵੱਡੀ ਤੌਰ 'ਤੇ ਲੈ ਕੇ ਇਹਨੂੰ ਨਜਿੱਠਣ ਦਾ ਯਤਨ ਕਰੋ ਕਿ ਆਪਾਂ ਇਹਨੂੰ ਅੱਗੇ ਵਾਸਤੇ ਘਟਨਾਵਾਂ ਹੋਣ ਹੀ। ਇਹਦੀ ਇੱਕ ਬੇਨਤੀ ਆ, ਇਹ ਪ੍ਰਵਾਨ ਕਰੋ। ਪਤਾ ਹੀ ਹੈ ਪਿਛਲੀ ਦਿਨੀ ਜਿਹੜੀ ਇੱਕ ਹੋਰ ਬੇਅਦਬੀ ਕਿਸੇ ਦੁਸ਼ਟ ਵੱਲੋਂ ਕੀਤੀ ਗਈ ਹੈ, ਬਹੁਤ ਮੰਦਭਾਗੀ ਹੈ। ਜਿਸ ਤਰ੍ਹਾਂ ਗਿਆਨੀ ਜੀ ਬਚਨ ਕਰ ਰਹੇ ਸੀਗੇ ਵੀ ਆਪਾਂ ਸਾਰੇ ਇਕੱਠੇ ਹੋ ਕੇ ਕਰੀਏ,
ਜਿਹੜੀ ਸ਼੍ਰੋਮਣੀ ਕਮੇਟੀ ਇੱਕ ਛੋਟੀ ਜਮਾਤ ਤਾਂ ਇਹ ਵੀ ਨਹੀਂ ਹੈਗੀ, ਬਹੁਤ ਵੱਡੀ ਜਮਾਤ ਹੈ, ਛੋਟੀ ਗੱਲਬਾਤ ਤਾਂ ਨਹੀਂ ਹੈਗੀ। ਜੇ ਸੰਗਤ ਆ ਸਕਦੀ ਇਹ ਵੀ ਕਰ ਸਕਦੀ, ਇਹ ਵੀ ਤੇ ਸਰਕਾਰ ਹੈ, ਅਸੀਂ ਸਿੱਖ ਹਾਂ, ਕੋਈ ਛੋਟੀ ਗੱਲ ਤਾਂ ਨਹੀਂ। ਜਥੇਬੰਦੀਆਂ ਹੋ ਗਈਆਂ ਜਾਂ ਸਰਕਾਰ ਹੋਊਗੀ, ਜੇ ਸ਼੍ਰੋਮਣੀ ਕਮੇਟੀ ਵੀ ਇੱਕ ਸਰਕਾਰ ਹੈ, ਇਹ ਨਹੀਂ ਕੁਝ ਕਰ ਸਕਦੀ। ਜੇ 5-4 ਜਿਵੇਂ ਤੁਸੀਂ ਕੱਲ ਦੱਸ ਰਹੇ ਹੋ ਤਰੀਕ ਸੀ ਬਾਦਸ਼ਾਹ, ਉੱਥੇ ਤਰੀਕ ਤੇ 5-4 ਰਹਿ ਗਏ, ਚਲੋ ਇਹ ਨਹੀਂ ਗਏ ਹੈਗੇ। ਆਪਾਂ ਸ਼੍ਰੋਮਣੀ ਕਮੇਟੀ ਕਿਤੇ ਛੋਟੀ ਹੈ ਬਾਬਾ ਜੀ, ਆਪਣਾ ਫਰਜ਼ ਵੀ ਬਣਦਾ, ਇਹ ਨਾ ਜਾਣ ਸਾਡਾ ਤਾਂ ਫਰਜ਼ ਬਣਦਾ ਨਾ, ਸਾਨੂੰ ਮੌਕੇ ਦਾ ਪ੍ਰਬੰਧ ਸਮਾਇਆ ਹੋਇਆ ਜੀ ਗੁਰਦੁਆਰਾ ਸਾਹਿਬਾਂ ਦਾ, ਕੋਈ ਹੋਰ ਆਵੇ ਨਾ ਆਵੇ ਸਾਡਾ ਫਰਜ਼ ਬਣਦਾ ਉੱਥੇ ਪਹੁੰਚਣ ਦਾ। ਇਸ ਕਰਕੇ ਜੇ ਅਸੀਂ ਇਹਨਾਂ ਨੂੰ ਨੱਥ ਸਾਨੂੰ ਹੀ ਪਾਉਣੀ ਪੈਣੀ ਹੈ ਪ੍ਰਬੰਧਕਾਂ ਨੂੰ। ਇਹ ਤਾਂ ਸੰਗਤ ਹੈ, ਇਹਦਾ ਜਿੱਧਰ ਤੁਸੀਂ ਕਹੋਗੇ ਬਾਬਾ ਜੀ ਐਨੂੰ ਤੁਰ ਜਾਓ ਤਾਂ ਐਨੂੰ ਤੁਰ ਜਾਣਗੇ। ਇਹ ਤਾਂ ਸਾਡੇ ਪਿੱਛੇ ਹੈ ਜੀ, ਜਿਹੜੇ ਅਗਲੇ ਪਾਸੇ ਕਮਾਨ ਕਰਨ ਵਾਲੇ ਨੇ ਉਹਨਾਂ ਨੂੰ ਆਪਣਾ ਸਿੱਧਾ ਰਾਹ ਲੋਕ ਚੁਣਨੀ ਪੈਣੀ ਹੈ। ਬਾਕੀ ਨਿਊ ਇਹ ਅਪਡੇਟ ਆ ਵੀ ਜਿਹੜੇ ਕਈ ਇੱਥੇ ਆ ਕੇ ਕੋਈ ਪਰਲੇ ਪਾਸੇ ਜਥਾ ਬਣਾ ਕੇ ਕਹਿ ਰਿਹਾ ਜੀ ਮੈਂ ਕਰ ਰਿਹਾ ਵਾਂ, ਇਹ ਜਿੰਨੀ ਵੀ ਕਾਰਵਾਈ ਹੋਈ ਹੈ ਇਹ ਸਾਰੀ ਭਾਈ ਸੰਗਤ ਦੇ ਸਹਿਯੋਗ ਦੇ ਨਾਲ ਹੋਈ ਹੈ। ਅਜਵਾਪਾ ਵੀ ਜਿਹੜਾ ਲੱਗਾ ਜਾਂ ਜਿਹੜੀਆਂ ਮੰਗਾਂ ਰੱਖੀਆਂ ਸੀਗੀਆਂ ਇਹ ਸਾਰੀ ਇਹ ਸੰਗਤ ਦੇ ਸਹਿਯੋਗ ਦੇ ਨਾਲ ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਹੋਰ ਵੀ ਜਿਹੜਾ ਅੱਗੇ ਹੈ ਉਹ ਵੀ ਉਹਨੂੰ ਸਖਤ ਜਿਹੜੀ ਕਾਰਵਾਈ ਉੱਤੇ ਕੀਤੀ ਜਾਊਗੀ ਤੇ ਮਹਾਰਾਜ ਕਿਰਪਾ ਕਰਨ। ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਹੀ ਤਿਆਰ ਬਰ ਤਿਆਰ ਹੋਣਾ ਪਊਗਾ, ਸਾਰਿਆਂ ਨੂੰ ਸ਼ਸਤਰਧਾਰੀ ਹੋਣਾ ਪਊਗਾ। ਕੱਲ ਅੰਦਰ ਇੰਟਰਵਿਊ ਦੇ ਵਿੱਚ ਮੈਂ ਸੁਣ ਰਿਹਾ ਸੀ ਬੀਬੀ ਜੀ ਨੇ ਗੱਲ ਕਹੀ ਵੀ ਅਸੀਂ ਕਿਸੇ ਨੂੰ ਮਾਰ ਨਹੀਂ ਸਕਦੇ, ਅਸੀਂ ਕਿਸੇ ਨੂੰ ਕੁੱਟ ਨਹੀਂ ਸਕਦੇ ਹੈਗੇ, ਅਸੀਂ ਤਾਂ ਪੁਲਿਸ ਨੂੰ ਫੜਾ ਸਕਦੇ ਹਾਂ। ਜੇ ਭਾਈ ਪੁਲਿਸ ਨੂੰ ਫੜਾ ਸਕਦੇ ਫਿਰ ਸ਼ਸਤਰ ਸਾਨੂੰ ਕਾਹਦੇ ਵਾਸਤੇ ਅੰਦਰ ਪ੍ਰਕਾਸ਼ ਕੀਤੇ ਨੇ? ਮੱਥਾ ਟੇਕਣ ਵਾਸਤੇ ਥੋੜਾ। ਕਲਗੀਧਰ ਪਾਤਸ਼ਾਹ ਜੀ ਨੇ ਉਹ ਸ਼ਸਤਰ ਮੱਥਾ ਟਿਕਾਉਣ ਵਾਸਤੇ ਨਹੀਂ ਰੱਖੇ ਹੈਗੇ, ਉਹਨਾਂ ਨੂੰ ਵਰਤਦੇ ਰਹੇ ਨੇ, ਉਹ ਘਸੇ ਹੋਏ ਸ਼ਸਤਰ ਨੇ, ਜੰਗਾਂ ਦੇ ਵਿੱਚ ਚੱਲਦੇ ਰਹੇ ਨੇ। ਇਸ ਕਰਕੇ ਉਹਨੂੰ ਉੱਥੇ ਹੀ ਝਟਕਾਉਣਾ ਚਾਹੀਦਾ ਸੀਗਾ। ਜੇ ਉਹਦਾ ਧੌਣ ਵੱਢਣ ਤੋਂ ਕਤਲ ਤੋਂ ਡਰ ਲੱਗਦਾ ਸੀਗੀ, ਉਹਦਾ ਇੱਕ ਤਾਂ ਬਾਂਹ ਹੀ ਵੱਢ ਦਿੰਦੇ, ਉਹਦੀ ਲੱਤ ਹੀ ਵੱਢ ਦਿੰਦੇ। ਇਹ ਸੰਗਤ ਨੂੰ ਪਤਾ ਤਾਂ ਲੱਗਦਾ ਭਾਈ ਉੱਥੇ ਤਾਂ ਐ ਭਾਜੀ ਪਾ ਕੇ ਮੋੜ ਦੇਣ। ਸਰਸੇ ਵਾਲਾ ਕਿੱਡੀ ਕੋਈ ਚੀਜ਼ ਆ, ਅਸੀਂ ਉਹਨੂੰ ਐਵੇਂ ਫੁਲਾਈ ਜਾਂਦੇ ਸਰਸੇ ਵਾਲਾ ਜੀ ਸਰਸੇ ਵਾਲਾ। ਤੁਹਾਡੇ ਸਿੱਖਾਂ ਤੋਂ ਜ਼ਿਆਦਾ ਹੋ ਗਿਆ। ਉਹ ਕੱਲ ਉੱਠ ਕੇ 5 ਸਾਲ ਨਹੀਂ ਹੋਏ ਉਹਨੂੰ ਉੱਠੇ ਨੂੰ, ਤੇ ਅਸੀਂ ਕਿੱਥੋਂ ਦਾ ਖਾਲਸਾ ਪ੍ਰਗਟ ਹੋਇਆ, ਕਿੱਥੋਂ ਸਾਡੀਆਂ ਕਿੱਡੀਆਂ ਸਾਡੀਆਂ ਕੁਰਬਾਨੀਆਂ, ਜਿਨ੍ਹਾਂ ਦੇ ਅਸੀਂ ਸਾਡੇ ਜਿਹੜੇ ਵਾਰਸ ਅਕਾਲੀ ਫੂਲਾ ਸਿੰਘ ਵਰਗੇ ਹੀ ਕਹਾਉਂਦੇ ਆ, ਇਤਿਹਾਸ ਦੇ ਵਿੱਚ ਵੱਡੀਆਂ ਗੱਲਾਂ ਕਰਦੇ ਆ ਤੇ ਮੁੜ ਕੇ ਇੱਥੇ ਆ ਕੇ ਡਿੱਗ ਜਾਂਦੇ ਨੇ ਜੀ ਸਰਸੇ ਵਾਲੇ ਦੇ ਆਣ। ਭਾਈ ਇਹ ਤਾਂ ਕਰਨਾ ਪਊਗਾ, ਇਹ ਤਾਂ ਫੜਨਾ ਪਊਗਾ ਤੁਹਾਨੂੰ, ਇਹਦਾ ਡਟਣਾ ਪਊਗਾ, ਫਰਜ਼ ਸਾਰਿਆਂ ਦਾ ਹੀ ਬਣਦਾ। ਪਰ ਜਿਹੜੇ ਅੱਗੇ ਪ੍ਰਬੰਧਕ ਨੇ ਅਸੀਂ ਤਾਂ ਪਿੱਛੇ ਲਾ ਕੇ ਚੱਲ ਸਕਦੇ ਆ, ਸਾਨੂੰ ਤਾਂ ਜਿੱਧਰ ਤੁਸੀਂ ਤੋਰੋਗੇ ਅਸੀਂ ਉੱਧਰ ਤੁਰ ਪੈਣਾ, ਅਸੀਂ ਤਾਂ ਸੰਗਤ ਆ। ਪਰ ਜਿਹੜੇ ਮੌਕੇ ਦੇ ਸ਼੍ਰੋਮਣੀ ਕਮੇਟੀ ਪ੍ਰਬੰਧਕ ਹੈ, ਕੋਈ ਛੋਟੀ ਸਰਕਾਰ ਨਹੀਂ, ਆਪਣੇ ਆਪ ਨੂੰ ਬਹੁਤ ਵੱਡੀ ਸਰਕਾਰ ਹੈ, ਕੁਛ ਮਰਜ਼ੀ ਕਰ ਸਕਦੀ ਹੈ। ਇਸ ਕਰਕੇ ਭਾਈ ਸੰਗਤ ਨੂੰ ਤਾਂ ਜਿੱਧਰ ਤੁਸੀਂ ਤੋਰੋਗੇ ਇਹਦਾ ਚੱਲ ਪੈਣਗੇ, ਤੇ ਇਸ ਕਰਕੇ ਇਹ ਚੀਜ਼ ਨੂੰ ਨੱਥ ਪਾਈ ਜਾਵੇ। ਕੱਲ ਪਹਿਲਾਂ ਗੱਲਾਂ ਸੀ ਪਿੰਡਾਂ ਦੀਆਂ, ਉਹ ਵੀ ਬਹੁਤ ਗੁਰੂ ਗ੍ਰੰਥ ਸਾਹਿਬ ਤਾਂ ਗੁਰੂ ਗ੍ਰੰਥ ਸਾਹਿਬ ਭਾਵੇਂ ਇੱਥੇ ਹੋਗੀ ਭਾਵੇਂ ਪਿੰਡਾਂ ਦੇ ਵਿੱਚ ਹੋਗੀ, ਪਰ ਇੱਥੋਂ ਦੀ ਅਸੀਂ ਗੱਲ ਕੀ ਕਰਦੇ ਹਾਂ, ਸਾਡਾ ਪਿੰਡ ਕਿਹੜਾ ਜੀ? ਆਨੰਦਪੁਰ ਸਾਹਿਬ, ਤੇ ਨਾਨਕੇ ਗੁਰੂ ਕੇ ਲਾਹੌਰ। ਹੁਣ ਤਾਂ ਤੁਹਾਡੇ ਨਾਨਕਿਆਂ ਨੂੰ ਤਾਂ ਪਿੰਡ ਨੂੰ ਪੈ ਗਏ ਨੇ, ਹੁਣ ਕੀ ਜਵਾਬ ਹੈ? ਇਸ ਕਰਕੇ ਭਾਈ ਕਾਇਮ ਹੋ ਕੇ ਜੇ ਕੋਈ ਇਹੋ ਜਿਹੀ ਘਟਨਾ ਵਾਪਰਦੀ ਇਹ ਨਾ ਕਹੋ ਅਸੀਂ ਪੁਲਿਸ ਨੂੰ ਫੜਾ ਦੇਣਾ, ਉਹਨੂੰ ਉੱਥੇ ਹੀ ਕੁਤਰੋ। ਜੇ ਤੁਸੀਂ ਕਤਲ ਤੋਂ ਡਰਦੇ ਲੱਤ ਬਾਂਹ ਤੇ ਲਾ ਲਓ, ਕੋਈ ਨਹੀਂ, ਦੂਜੀ ਤੀਜੀ ਜ਼ਮਾਨਤ ਤੇ ਬਾਹਰ ਆ ਜਾਓਗੇ, ਕਿੱਡੀ ਕੋਈ ਗੱਲਬਾਤ ਹੈ ਤਰੀਕ ਤੇ। ਇਸ ਕਰਕੇ ਕਾਇਮ ਹੋਵੋ, ਭੁੱਲਾਂ ਚੁੱਕਾਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਲੰਬੇ ਅਰਸੇ ਤੋਂ ਜੇਕਰ ਪਿਛੋਕੜ ਵਾਲੇ ਇਤਿਹਾਸ ਵੱਲ ਝਾਤੀ ਮਾਰੀਏ, 1947 ਤੋਂ ਪਹਿਲਾਂ ਵੀ ਅਜਿਹੀਆਂ ਹਰਕਤਾਂ ਪੰਥ ਵਿੱਚ ਹੁੰਦੀਆਂ ਰਹੀਆਂ, ਔਰ 1984 ਤੋਂ ਪਹਿਲਾਂ ਵੀ ਅਜਿਹੀਆਂ ਹਰਕਤਾਂ, ਔਰ 1982 ਦਾ ਵੀ ਮੈਨੂੰ ਪਤਾ ਲੱਗਾ ਕਿ 1982 ਦੇ ਵਿੱਚ ਵੀ ਅਜਿਹੀ ਘਟਨਾ ਕਿਸੇ ਸਥਾਨ 'ਤੇ ਹੋਈ ਸੀ ਕਿ ਕਿਸੇ ਦੋਸਤ ਨੇ ਇੱਥੇ ਬੀੜੀਆਂ ਰੱਖੀਆਂ। ਉਹ ਸੋਸ਼ਲ ਮੀਡੀਆ ਜ਼ਿਆਦਾ ਨਾ ਹੋਣ ਕਰਕੇ ਖਬਰਾਂ ਜਿਹੜੀਆਂ ਸੀ ਬਹੁਤਾ ਬਾਹਰ ਤੱਕ ਨਹੀਂ ਆ ਸਕਦੀਆਂ। ਔਰ ਹੁਣ ਫਿਰ ਬਹੁਤ ਹੀ ਘਿਨਾਉਣੀ ਹਰਕਤ ਦੋਸਤ ਸਰਸੇ ਵਾਲੇ ਸਾਹਿਬ ਦੇ ਚੇਲੇ ਵੱਲੋਂ ਇੱਥੇ ਕੀਤੀ ਗਈ ਹੈ, ਜਿਹੜਾ ਕਿ ਅਸੀਂ ਆਪਣੇ ਤੌਰ 'ਤੇ ਵੀ ਔਰ ਜਿੰਨਾ ਪੁਲਿਸ ਕੋਲ ਤੱਕ ਪਤਾ ਲਾ ਸਕੀ ਹੈ, ਇਹ ਜਿਹੜਾ ਦੋਸਤ ਹੈ ਪਰਮਜੀਤ ਸਿੰਘ, ਇਹ ਸਰਸੇ ਵਾਲੇ ਸਾਹਿਬ ਦਾ ਚੇਲਾ ਹੈ। ਇਹਦੇ ਸਹੁਰੇ ਸਰਸੇ ਵਾਲੇ ਸਾਹਿਬ ਦੇ ਚੇਲੇ ਨੇ, ਇਹਦਾ ਵਿਆਹ ਉੱਥੇ ਹੋਇਆ। ਇਹਦਾ ਮਾਂ ਪਿਓ ਸਰਸੇ ਵਾਲੇ ਸਾਹਿਬ ਦਾ ਚੇਲਾ ਹੈ, ਅਮਰੀਕਾ ਵਿੱਚ ਬੈਠਾ, ਭਰਾ ਸਰਸੇ ਵਾਲੇ ਸਾਹਿਬ ਦਾ ਚੇਲਾ ਹੈ। ਔਰ ਇਹ ਨੰਗੀ ਚਿੱਟੀ ਗੱਲ ਹੋ ਚੁੱਕੀ ਹੈ ਕਿ ਇਹ ਜਿਹੜੀ ਇੱਥੇ ਘਟਨਾ ਵਾਪਰੀ ਹੈ ਇਹ ਸਰਸੇ ਵਾਲੇ ਸਾਹਿਬ ਦੇ ਚੇਲੇ ਵੱਲੋਂ ਹੋਈ ਹੈ। ਔਰ ਇਹਦਾ ਬਾਪ ਜਿਹੜਾ ਗੁਰਮੇਲ ਸਿੰਘ ਅਮਰੀਕਾ ਵਿੱਚ ਰਹਿੰਦਾ ਹੈ, ਉਹ ਸਰਸੇ ਵਾਲੇ ਸਾਹਿਬ ਦੀ 7 ਮੈਂਬਰ ਜਿਹੜੀ ਮੋਹਰਲੀ ਕਮੇਟੀ ਹੈ ਉਹਦਾ ਉਹ ਮੈਂਬਰ ਵੀ ਹੈ। ਮਸਲਾ ਇੱਥੇ ਹੈ ਕਿ ਸਾਨੂੰ ਸਾਰਿਆਂ ਨੂੰ ਆਪਣੀ ਪੰਥਕ ਸ਼ਕਤੀ ਨੂੰ ਇਕੱਠੇ ਕਰਨ ਦੀ ਲੋੜ ਹੈ। ਅਸੀਂ ਆਪਸ ਵਿੱਚ ਉਲਝ ਕੇ ਤੇ ਆਪਣੀ ਪੰਥਕ ਸ਼ਕਤੀ ਨੂੰ ਕਮਜ਼ੋਰ ਨਾ ਕਰੀਏ, ਕਿਉਂਕਿ ਦੁਸ਼ਮਣ ਦਾ ਜਿਹੜਾ ਮਨਸੂਬਾ ਉਹ ਮਨਸੂਬਾ ਇਹੋ ਹੀ ਹੈ
ਕਿ ਇਹ ਆਪਸ ਵਿੱਚ ਉਲਝ ਜਾਣ ਤੇ ਆਪਣੀ ਸ਼ਕਤੀ ਇੱਥੇ ਖਤਮ ਕਰਨ, ਉਸ ਪਾਸੇ ਵੱਲ ਆਪਣਾ ਧਿਆਨ ਕੇਂਦਰਿਤ ਨਾ ਕਰਨ। ਸਾਨੂੰ ਆਪਣਾ ਸਭ ਦਾ ਧਿਆਨ ਜਿਹੜਾ ਉਸ ਪਾਸੇ ਵੱਲ ਕੇਂਦਰਿਤ ਕਰਨ ਦੀ ਲੋੜ ਹੈ। ਸਾਰੇ ਇਕੱਠੇ ਹੋ ਕੇ ਤੇ ਪੰਥਕ ਸ਼ਕਤੀ ਬਣ ਕੇ ਅਸੀਂ ਇਸ ਚੁਣੌਤੀ ਦਾ ਮੁਕਾਬਲਾ ਕਰੀਏ। ਬਾਕੀ ਜਿਹੜਾ ਸਰਸੇ ਵਾਲਾ ਸਾਧ ਹੈ, ਇਹ ਸਿੱਖ ਪੰਥ ਦਾ ਵੱਡਾ ਦੁਸ਼ਮਣ ਹੈ ਔਰ ਮੈਂ ਐਲਾਨ ਕਰਦਾ ਹਾਂ ਕਿ ਇਹ ਸਿੱਖ ਪੰਥ ਦਾ ਵੱਡਾ ਦੁਸ਼ਮਣ ਹੈ ਔਰ ਇਹਦੇ ਨਾਲ ਸਾਂਝ ਰੱਖਣ ਵਾਲੇ ਵੀ ਸਿੱਖ ਪੰਥ ਦੇ ਵੱਡੇ ਦੁਸ਼ਮਣ ਹੋਣਗੇ। ਇਸ ਕਰਕੇ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ, ਆਪਣਾ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ। ਜਿਹੜੀ ਗੱਲ ਆ ਰਹੀ ਹੈ ਪਿਛਲੇ ਦਿਨਾਂ ਤੋਂ ਸਾਹਮਣੇ ਆ ਰਹੀ ਹੈ ਕਿ ਸਿੰਘ ਸਾਹਿਬ ਨੇ ਕੀ ਕੀਤਾ, ਸਿੰਘ ਸਾਹਿਬ ਨੇ ਕੀ ਕੀਤਾ, ਮੈਂ ਦੱਸਣਾ ਚਾਹੁੰਦਾ ਕਿ ਮੈਂ ਇੱਥੇ ਦਾਖਲ ਸੀ ਹਸਪਤਾਲ ਵਿੱਚ, ਛੁੱਟੀ ਮੈਨੂੰ ਮਿਲੀ ਹੈ, ਸਵੇਰੇ ਮੈਨੂੰ ਖਬਰ ਮਿਲੀ ਹੈ ਤੇ ਮੈਂ ਉਸੇ ਵੇਲੇ ਜਿਹੋ ਜਿਹੀ ਹਾਲਤ ਵਿੱਚ ਸੀ ਮੈਂ ਚੱਲ ਕੇ ਤੇ ਇੱਥੇ ਪਹੁੰਚ ਗਿਆ ਕਿ ਮੇਰਾ ਇੱਕ ਫਰਜ਼ ਬਣਦਾ ਕਿ ਜਿੱਥੋਂ ਦੀ ਸੇਵਾਦਾਰੀ ਮੈਨੂੰ ਮਿਲੀ ਹੋਈ ਹੈ ਉੱਥੇ ਘਟਨਾ ਹੋਈ ਹੈ ਤੇ ਮੈਂ ਜਾ ਕੇ ਉੱਥੋਂ ਦੀ ਸਾਰੀ ਖਬਰਸਾਰ ਜਿਹੜੀ ਹੈ ਲਵਾਂ ਔਰ ਆ ਕੇ ਜਿੰਨਾ ਕੁ ਮੇਰਾ ਯਤਨ ਸੀ ਮੈਂ ਕਰਕੇ ਤੇ ਸਾਰਾ ਕੁਝ ਜਿਹੜਾ ਸੀ ਜੋ ਕਰਨਾ ਚਾਹੀਦਾ ਸੀ ਉਹ ਕੀਤਾ ਵੀ ਹੈ। ਸੋ ਆਪਾਂ ਸਾਰਿਆਂ ਨੂੰ ਇਕੱਠੇ ਹੋ ਕੇ ਸ਼ਕਤੀ ਬਣਾਉਣ ਦੀ ਲੋੜ ਹੈ। ਆਪਸੀ ਧਿਆਨ, ਆਪਣੀ ਤਾਕਤ ਨੂੰ ਆਪਾਂ ਸਾਰੇ ਵੰਡੀਏ ਨਾ, ਕਿਉਂਕਿ ਆਪਾਂ ਇਸ ਕਲਗੀਧਰ ਪਿਤਾ ਦੇ ਪੁੱਤਰ ਧੀਆਂ ਹਾਂ ਜਿਸ ਕਲਗੀਧਰ ਪਿਤਾ ਨੇ ਸਾਨੂੰ ਸਾਰੇ ਵਰਨਾਂ ਨੂੰ ਇਕੱਠਿਆਂ ਕਰਕੇ ਇੱਕ ਖਾਲਸਾ ਪੈਦਾ ਕੀਤਾ। ਔਰ ਜਿਹੜੀ ਘਟਨਾ ਇੱਥੇ ਹੋਈ ਹੈ ਇਹ ਤੋਂ ਵੱਡੀ ਦੁਖਦਾਈ ਘਟਨਾ ਹੋਰ ਕੋਈ ਹੋ ਹੀ ਨਹੀਂ ਸਕਦੀ, ਕਿਉਂਕਿ ਜਿੱਥੇ ਖਾਲਸਾ ਪ੍ਰਗਟ ਹੋਇਆ ਉਸ ਅਸਥਾਨ ਤੇ ਖਾਲਸਾ ਜੀ ਦੇ ਪ੍ਰਗਟ ਅਸਥਾਨ ਤੇ ਜਿਸ ਕਾਰਜ ਵਾਸਤੇ ਦਸ਼ਮੇਸ਼ ਪਿਤਾ ਧਰਤੀ ਤੇ ਆਏ ਸਨ ਉਸ ਕਾਰਜ ਨੂੰ ਸਤਿਗੁਰਾਂ ਨੇ ਇੱਥੇ ਕੀਤਾ ਔਰ ਉੱਥੇ ਇਹ ਘਟਨਾ ਵਾਪਰ ਜਾਣੀ ਇਹ ਸਮੁੱਚੇ ਪੰਥ ਵਾਸਤੇ ਬਹੁਤ ਦੁੱਖ ਦੇਣ ਵਾਲੀ ਖਬਰ ਹੈ। ਔਰ ਕਦੇ ਵੀ ਸਾਡੇ ਸਿੱਖਾਂ ਦੇ ਮਨਾਂ ਦੇ ਵਿੱਚੋਂ ਇਹ ਜਿਹੜੀ ਘਟਨਾ ਇਹ ਨਾ ਭੁੱਲ ਸਕਦੀ ਹੈ ਤੇ ਨਾ ਭੁੱਲ ਸਕਦੀ ਹੈ ਤੇ ਨਾ ਹੀ ਇਹਨੂੰ ਕਦੇ ਭੁਲਾਇਆ ਜਾ ਸਕਦਾ। ਸੋ ਆਪਾਂ ਸਾਰਿਆਂ ਨੂੰ ਇਕੱਠੇ ਹੋ ਕੇ ਆਪਣਾ ਧਿਆਨ ਆਪਣੇ ਦੁਸ਼ਮਣਾਂ ਵੱਲ ਕੇਂਦਰਿਤ ਕਰਨ ਦੀ ਲੋੜ ਹੈ। ਆਪਾਂ ਆਪਸੀ ਸ਼ਕਤੀ ਨੂੰ, ਆਪਣੇ ਆਪ ਨੂੰ ਆਪਸ ਦੇ ਵਿੱਚ ਉਲਝ ਕੇ ਕਮਜ਼ੋਰ ਕਰਨ ਦਾ ਯਤਨ ਨਾ ਕਰੀਏ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ। ਕੁਝ ਕੁ ਬੰਦਿਆਂ ਦੀ ਜ਼ਿੰਮੇਵਾਰੀ ਸਾਨੂੰ ਤੈਅ ਕਰਨੀ ਪਊਗੀ ਕਿ ਜੋ ਇਸ ਚੀਜ਼ ਨੂੰ ਪ੍ਰਬੰਧ ਨੂੰ ਦੇਖ ਰੇਖ ਰੱਖਣ, ਕਿਉਂਕਿ ਇੱਥੇ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਆ, ਉਹਦੇ ਚਾਹੇ ਮੀਤ ਮੈਨੇਜਰ ਹੋਵੇ, ਮੈਨੇਜਰ ਸਾਹਿਬ ਹੋਣ, ਚਾਹੇ ਆਪ ਜੀ ਦਾ ਕੋਈ ਡਿਊਟੀ ਵਾਲਾ ਕੋਈ ਬੰਦਾ ਸਪੈਸ਼ਲ ਹੋਵੇ ਜਿਹਦੀ ਇਹ ਜ਼ਿੰਮੇਵਾਰੀ ਜ਼ਰੂਰ ਤੈਅ ਹੋਵੇ ਕਿ ਕੱਲ੍ਹ ਨੂੰ ਕੋਈ ਘਟਨਾ ਵਾਪਰਦੀ ਆ ਜੋ ਚ ਕੋਤਾਹੀ ਆਉਂਦੀ ਆ ਤੇ ਉਹ ਮੁਲਾਜ਼ਮਾਂ ਦੇ ਨਾਲ ਭਾਈ ਤੇਰੇ ਤੇ ਵੀ ਇਹਦੀ ਕਾਰਵਾਈ ਬਣੂ। ਹਾਂ ਬਿਲਕੁਲ, ਜਿਵੇਂ ਮੈਨੇਜਰ ਤਾਂ ਹਰ ਇੱਕ ਪ੍ਰਬੰਧ ਨੂੰ ਮੈਨੇਜਰ ਦੇ ਉੱਤੇ ਕਰਦਾ ਹੁੰਦਾ, ਜਿਵੇਂ ਸਰਾਵਾਂ ਨੇ ਲੰਗਰ ਹੈ, ਜੋੜਾ ਘਰ ਹੈ, ਤਖਤ ਸਾਹਿਬ ਦੀ ਸੇਵਾ, ਹਰ ਥਾਂ ਤੇ ਹਰ ਇੱਕ ਬੰਦੇ ਇੱਕ ਜਿਹੜਾ ਜ਼ਿੰਮੇਵਾਰ ਹੈ ਉਹਨਾਂ ਨੂੰ ਨਿਯੁਕਤ ਕੀਤਾ ਗਿਆ ਔਰ ਉੱਥੋਂ ਦੇ ਪ੍ਰਬੰਧ ਵਿੱਚ ਕਿਸੇ ਪ੍ਰਕਾਰ ਦੀ ਕੋਈ ਕੁਤਾਹੀ ਹੁੰਦੀ ਹੈ ਤੇ ਉਹ ਜਵਾਬ ਦੇ ਦੇਵੇਗਾ। ਹੁਣ ਜਿਹੜਾ ਇੱਥੇ ਹੋਇਆ ਜੀ ਇਹਦੇ ਲਈ ਕਿਸੇ ਨੂੰ ਸਜ਼ਾ ਦਿੱਤੀ ਗਈ ਹੈ ਅੱਗੇ ਨਹੀਂ ਕਰਤੀ ਹੁਣ ਅੱਗੇ ਨਹੀਂ ਕਰਤੀ ਤੱਕ ਦੀ ਸੁਰੱਖਿਆ ਲਈ ਇੱਕ ਸਪੈਸ਼ਲ ਡੀਟ ਮੈਨੇਜਰ ਬਣਾਓ। ਮੈਂ ਉਹੀ ਕਹਿ ਰਿਹਾ ਨਾ ਜੀ ਕਿ ਸਪੈਸ਼ਲ ਤੁਸੀਂ ਇੱਕ ਜ਼ਿੰਮੇਦਾਰ ਬੰਦਾ ਇੱਕ ਕਿਸੇ ਦਾ ਨਾ ਵਾਸਤੇ ਉਹਦੀ ਜ਼ਿੰਮੇਵਾਰੀ ਤੈਅ ਹੋ ਜਾਵੇ। ਇੰਨੀ ਕੁ ਬੇਨਤੀ ਸਾਡੀ ਜ਼ਰੂਰ ਪ੍ਰਵਾਨ ਕਰੋ ਜੀ। ਸੇਵਾ ਵਾਸਤੇ ਹੋ ਸਕਦਾ ਹੈ ਅਸੀਂ ਕਰਨ ਵਾਸਤੇ ਧਿਆਨ ਸੁਝਾਅ ਦੇਈਏ, ਸੁਝਾਅ ਲਈਏ, ਆਪਣੀ ਤਾਕਤ ਨੂੰ ਆਪਾਂ ਸਾਰੇ ਇਕੱਠੀ ਕਰੀਏ। ਸਿੱਖ ਦਾ ਤਾਂ ਕਰਨੀ ਵਿਚਾਰ ਕਰਨਾ ਜੀ, ਵਿਚਾਰ ਨਾਲ ਹੀ ਗਾਂਹ ਤੁਰਿਆ ਜਾਊਗਾ, ਪਰ ਇਹਦੇ ਤੇ ਜ਼ਰੂਰ ਧਿਆਨ ਦਿਓ। ਜੇ ਅਸੀਂ ਸਿੰਘਾਂ ਨੂੰ ਇੱਥੇ ਲਾ ਦਿੰਦੇ ਆ ਡਿਊਟੀ ਤੇ ਸਿੰਘਾਂ ਨੂੰ ਕਿੱਥੇ ਤੱਕ ਜਾਇਆ ਜਾਵੇ। ਜੇ ਕੱਲ ਨੂੰ ਕੋਈ ਬੰਦਾ ਹੱਥ ਆ ਗਿਆ ਤਾਂ ਅਸੀਂ ਕਾਰਵਾਈ ਤੇ ਕੀ ਕਰ ਸਕਦੇ। ਦੇਖੋ ਗਲਤੀ ਨਾ ਹੋਵੇ ਕੋਈ। ਜੇ ਕੋਈ ਸਿੰਘ ਸਾਡੇ ਕੋਲ ਡਿਊਟੀ ਵਾਲੇ ਜਿਨ੍ਹਾਂ ਨੇ ਸੇਵਾ ਕਰਨੀ ਹੈ ਉਹਨਾਂ ਨੂੰ ਅਸੀਂ ਜਵਾਬਲੀ ਸਮਝਾ ਦਿਆਂਗੇ, ਉਹ ਸਾਡੇ ਕੋਲ ਆ ਕੇ ਬੈਠ ਕੇ ਤੇ ਉਹਦੇ ਨਿਯਮ ਸਾਰੇ ਸਮਝ ਲੈਣ। ਬਕਾਇਦਾ ਇਹਨਾਂ ਤੋਂ ਪਾਸ ਲੈਣ, ਇੱਕ ਆਈਡੀ ਕਾਰਡ ਬਣਵਾ ਕੇ ਦੇਣਗੇ ਤੁਹਾਨੂੰ ਇਹ। ਬਿਲਕੁਲ ਸਹੀ ਹੈ ਜੀ। ਕਿਤੇ ਉਹ ਗੱਲ ਨਾ ਹੋਵੇ ਵੀ ਜਿਵੇਂ ਮੰਤਰੀਆਂ ਦੇ ਨਾਲ ਗਨਮੈਨ ਹੁੰਦੇ ਆ। ਜਿਵੇਂ ਇੱਕ ਵੀਡੀਓ ਦੇਖੀ ਸੀ ਸੰਦੋਆ ਸਾਹਿਬ ਦੀ ਕਿ ਮੰਤਰੀ ਦੇ ਚਪੇੜਾਂ ਪੈ ਗਈਆਂ, ਗਨਮੈਨ ਮਗਰ ਉਹ ਇਹੀ ਸਿੰਘ ਸੀਗੇ ਮੌਜੂਦ, ਸੰਗਤ ਵੀ ਮੌਜੂਦ ਸੀ, ਸਭ ਕੁਝ ਸੀਗਾ ਵੀ ਜੇ ਅਸੀਂ ਕਿਸੇ ਨੂੰ ਸ਼ਸਤਰ ਦਿੰਦੇ ਆ ਤਾਂ ਇੰਨੀ ਕੁ ਛੂਟ ਦਿੱਤੀ ਜਾਵੇ ਕਿ ਸਾਡੇ ਮਹਾਰਾਜ ਵੱਲ ਕੋਈ ਹੱਥ ਆਇਆ ਤਾਂ ਉਹ ਫੜ ਦਿੱਤਾ ਜਾਊਗਾ। ਅਗਲੇ ਨੂੰ ਡਰ ਹੋਵੇ ਵੀ ਸਾਡੇ ਗੁਰੂ ਦੇ ਕੋਲ ਪਹੁੰਚਣਾ ਨਹੀਂ, ਇਕੱਲੇ ਸ਼ਸਤਰਾਂ ਦਾ ਡਰ ਨਾ ਹੋਵੇ, ਸਿੰਘਾਂ ਨੂੰ ਛੂਟ ਹੋਵੇ ਚਲਾਉਣ ਦੀ। ਬਿਲਕੁਲ ਸਾਰੇ ਤੋਂ ਸਾਰਾ ਬੈਠ ਕੇ ਜੋ ਵੀ ਜਵਾਬ ਦੇ ਸਾਰੇ ਸਮਝਾ ਦਿੱਤੀ ਜਾਏ। ਇਹ ਕਈ ਗੱਲਾਂ ਔਨ ਰਿਕਾਰਡ ਨਹੀਂ ਕਹੀਆਂ ਜਾ ਸਕਦੀਆਂ। ਵਿਚਾਰ ਕਰਾਂਗੇ ਉਹਨੂੰ ਬੈਠ ਕੇ, ਸਾਰੀ ਜਿਹੜੀ ਕਮੇਟੀ ਆਪਣੀ ਬਣਾਈ ਹੈ ਬੜੀ ਰਿਕਾਰਡ ਨਹੀਂ ਕਹੀਆਂ। ਕੱਲ ਮੇਰੇ ਕੋਲ ਹੋ ਕੇ ਗਏ ਨੇ, ਮਿਲ ਕੇ ਵੀ ਗਏ ਨੇ ਔਰ ਮੈਨੂੰ ਇਸ ਗੱਲ ਦਾ ਖੁਸ਼ੀ ਵੀ ਹੈ ਕਿ ਉਹਨਾਂ ਸਾਰੀਆਂ ਸੰਗਤਾਂ ਨੇ ਆਪਣੇ ਆਪ ਨੂੰ ਤਖਤ ਸਾਹਿਬ ਨੂੰ ਸਮਰਪਣ ਕੀਤਾ ਕਿ ਜਦ ਵੀ ਸਾਨੂੰ ਤਖਤ ਸਾਹਿਬ ਤੋਂ ਆਵਾਜ਼ ਪਏਗੀ, ਤਖਤ ਸਾਹਿਬ ਦੀ ਸੁਰੱਖਿਆ ਵਾਸਤੇ, ਸੇਵਾ ਵਾਸਤੇ ਤਿਆਰ ਪ੍ਰਚਾਰ ਹੋ ਕੇ ਹਾਜ਼ਰ ਹੋਣ ਵਾਸਤੇ ਵੀ ਇੱਥੇ ਪਹੁੰਚ ਜਾਵਾਂਗੇ। ਤੇ ਹੁਣ ਵੀ ਭਾਈ ਅਮਨਦੀਪ ਸਿੰਘ ਦੱਸ ਰਹੇ ਨੇ ਕਿ ਅਸੀਂ ਸੰਗਤ ਦੇ ਵਿੱਚੋਂ ਵੀ ਕਮੇਟੀਆਂ ਤਿਆਰ ਕੀਤੀਆਂ ਨੇ, ਜਿਹੜੀਆਂ ਕਮੇਟੀਆਂ ਸਮੇਂ-ਸਮੇਂ ਤਖਤ ਸਾਹਿਬ ਦੀ ਸੇਵਾ ਵਾਸਤੇ ਹਾਜ਼ਰ ਹਰ ਰੋਜ਼ ਜਿੰਨੇ ਵੀ ਹੋ ਸਕਣਗੇ 2-3-4 ਸੇਵਾਦਾਰ ਹਰ ਰੋਜ਼ ਤਖਤ ਸਾਹਿਬ ਦੀ ਸੇਵਾ ਵਾਸਤੇ
ਹਾਜ਼ਰ ਹੋਇਆ ਕਰਨਗੇ। ਔਰ ਅਸੀਂ ਸਾਰੇ ਇਲਾਕੇ ਨਾਲ ਜਿਵੇਂ ਕਿ ਬਲਾਚੌਰ ਹੈ, ਨਵਾਂ ਸ਼ਹਿਰ ਹੈ, ਹੁਸ਼ਿਆਰਪੁਰ ਹੈ, ਗੜ੍ਹ ਸ਼ੰਕਰ ਹੈ, ਮਾਲਪੁਰ ਹੈ, ਉੱਥੋਂ ਦੀਆਂ ਵੀ ਕਮੇਟੀਆਂ ਬਣਾ ਰਹੇ ਹਾਂ ਕਿ ਉਹ ਕਮੇਟੀਆਂ ਸਥਾਨਕ ਸਥਾਨਾਂ 'ਤੇ ਵੀ ਔਰ ਇਹਨਾਂ ਵੱਡੇ ਸਥਾਨਾਂ 'ਤੇ ਵੀ ਆ ਕੇ ਤੇ ਜਿਹੜੀ ਸੇਵਾ ਹੈ ਉਹ ਆ ਕੇ ਤੇ ਆਪਣੀ ਸੇਵਾਵਾਂ ਜਿਹੜੀਆਂ ਉਹ ਦਿਆ ਕਰਨਗੀਆਂ। ਬਾਕੀ ਜੋ ਸੁਝਾਅ ਤੁਹਾਡੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਤੁਸੀਂ ਜੋ ਸੁਝਾਅ ਦਿੱਤੇ ਨੇ ਉਹਦੇ ਮੁਤਾਬਕ ਅਸੀਂ ਮੈਨੇਜਰ ਸਾਹਿਬ ਨੂੰ ਆਦੇਸ਼ ਕਰ ਦਿੱਤਾ ਹੈ ਕਿ ਹਰ ਵੇਲੇ ਤਿਆਰ ਬਰ ਤਿਆਰ ਸ਼ਸਤਰਧਾਰੀ ਸਿੰਘ ਜਿਹੜੇ ਨੇ ਉਹ ਤਖਤ ਸਾਹਿਬ ਦੀ ਸੇਵਾ ਨਿਭਾ ਰਹੇ ਨੇ, ਉਹ ਸ਼ਸਤਰਧਾਰੀ ਸਿੰਘ ਹਰ ਵੇਲੇ ਤਿਆਰ ਬਰ ਤਿਆਰ ਔਰ ਹਾਜ਼ਰ ਰਹਿਣਗੇ ਔਰ ਹਮੇਸ਼ਾ ਰਿਹਾ ਕਰਨਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ।